ਤਾਂ ਅਰਬਨ ਏਰੀਆਜ਼ ਨੂੰ 41 ਬੀਟਸ ਦੇ ਵਿੱਚ ਡਿਵਾਈਡ ਕਰਤਾ ਤੇ ਇਹ ਸਾਰੀਆਂ ਅਸੀਂ ਕਰੇ ਕੱਲੀ ਬੀਟ ਦੇ ਉੱਤੇ ਇੱਕ ਵਹੀਕਲ ਰੱਖਿਆ। ਹੁਣ ਪੁਲਿਸ ਕਰੇਗੀ ਵੱਡੀ ਕਾਰਵਾਈ। ਪਿਛਲੇ 3 ਹਫ਼ਤੇ ਤੋਂ ਸਾਡੀ ਜਿਹੜੀ ਟੀਮ ਹੈਗੀ ਹੈ ਐਸਪੀ ਸਾਹਿਬ ਦੇ ਅੰਡਰ ਆਲਰੇਡੀ ਇਸ ਚੀਜ਼ ਨੂੰ ਵਰਕਆਊਟ ਕਰਨ ਵਾਸਤੇ ਲੱਗੀ ਹੋਈ ਸੀ ਤੇ ਫਾਈਨਲੀ ਅਸੀਂ ਅੱਜ ਇਸ ਨੂੰ ਫੇਜ਼ 1 ਦੇ ਤੌਰ ਤੇ ਇਹ ਲਾਂਚ ਕਰਨ ਜਾ ਰਹੇ ਹਾਂ। ਫੇਜ਼ 1 ਦੇ ਵਿੱਚ ਫਿਲਹਾਲ ਅਸੀਂ 28 ਜਿਹੜੇ ਹੈਗੇ ਆ ਮੋਟਰਸਾਈਕਲ ਤੇ ਕਾਰਸ ਯਾਨੀ 4 ਵੀਲਰ ਤੇ 2 ਵੀਲਰਸ ਜਿਹੜੇ ਹੈਗੇ ਸਟਾਰਟ ਕਰ ਰਹੇ ਹਾਂ। शरारती अंसर हो जाओ सावधान, मोहाली पुलिस हो चुकी है मुस्तैद। ਜਿਹੜੀ ਰੈਗੂਲਰਲੀ ਜਿਹੜੀ 31 ਦਸੰਬਰ ਦੀ ਰਾਤ ਹੈ ਤਾਂ ਉਸ ਨੂੰ ਤਾਂ ਅਸੀਂ ਪ੍ਰੋਪਰ ਸਾਡੀ ਸਾਰੀ ਫੋਰਸ ਜਿਹੜੀ ਆ ਬਾਹਰ ਹੋਊਗੀ, ਰੈਗੂਲਰ ਪ੍ਰੋਪਰ ਨਾਕਾਬੰਦੀ ਵੀ ਕੀਤੀ ਹੋਏਗੀ। ਜਿੰਨੇ ਵੀ 4 ਵੀਲਰ ਪੀਸੀਆਰ ਹੈ ਛੇਤੀ ਹੀ ਸਾਰਿਆਂ ਦੇ ਉੱਤੇ ਕੈਮਰਾਸ ਜਿਹੜੇ ਹੈਗੇ ਆ ਚਾਰੇ ਦਿਸ਼ਾਵਾਂ ਦੇ ਵਿੱਚ ਜਿਹੜੇ ਕੈਮਰੇ ਆ ਉਹ ਲੱਗੇ ਹੋਣਗੇ। ਉਹਦੇ ਵਿੱਚ ਸਾਨੂੰ ਲਾਅ ਐਂਡ ਆਰਡਰ ਸਿਚੁਏਸ਼ਨਸ ਦੇ ਵਿੱਚ ਵੀ ਕੰਮ ਆਏਗਾ ਇਹ, ਕੋਈ ਵੀਆਈਪੀ ਮੂਵਮੈਂਟ ਹੁੰਦੀ ਹੈ ਉਹਦੇ ਵਿੱਚ ਵੀ ਸਾਨੂੰ ਕੰਮ ਆਏਗਾ ਇਹ। ਸਿਮਿਲਰਲੀ ਕੋਈ ਇਨਸੀਡੈਂਟ ਕੋਈ ਹੁੰਦਾ ਹੈ, ਕੋਈ ਇਹ ਜਿਹੀ ਕ੍ਰਾਈਮ ਕਰਕੇ ਗੱਡੀ ਭੱਜਦੀ ਹੈ ਤਾਂ ਇਮੀਡੀਏਟਲੀ ਉਹਦੀ ਮੂਵਮੈਂਟ ਵੀ ਇਮੀਡੀਏਟਲੀ ਕੈਪਚਰ ਹੋ ਜਾਏ, ਉਹਦੇ ਵਾਸਤੇ ਵੀ ਕੰਮ। ਇਹਦੇ ਨਾਲ ਪੀਸੀਆਰਸ ਜਿਹੜੇ ਹੈਗੇ ਆ ਮੇਨ ਜਿਹੜੇ ਇੰਪੋਰਟੈਂਟ ਪੁਆਇੰਟਸ ਹੈ ਉਹਨਾਂ ਦੇ ਹਾਲਟਿੰਗ ਪੁਆਇੰਟਸ ਇੰਪੋਰਟੈਂਟ ਬਣਾਏ ਹੋਏ ਆ, ਉੱਥੇ ਲੋਕੇਟਡ ਰਹਿਣਗੇ। ਉੱਥੇ ਲੋਕੇਟਡ ਰਹਿਣ ਦੇ ਨਾਲ ਇੱਕ ਸੈਂਸ ਆਫ ਸਿਕਿਉਰਿਟੀ ਵੀ ਅਸੀਂ ਪ੍ਰੋਵਾਈਡ ਕਰਨਾ ਚਾਹਾਂਗੇ ਪੀਸੀਆਰ ਦੇ ਨਾਲ। ਤੇ ਜੇ ਕੋਈ ਇਨਸੀਡੈਂਟਸ ਹੁੰਦੇ ਹੈ ਤਾਂ ਜਿਹੜਾ ਮਾੜਾ ਬੰਦਾ ਹੈ ਉਹਨੂੰ ਇਹ ਡਿਸਕਰੇਜ ਵੀ ਅਸੀਂ ਕਰ ਸਕੀਏ ਪੀਸੀਆਰ ਦੇ ਨਾਲ, ਉਹ ਵੀ ਸਾਡਾ ਇੱਕ ਇਹਦੇ ਵਿੱਚ ਮੰਤਵ ਹੈ। ਪੀਸੀਆਰ ਗੱਡੀਆਂ ਹੈਗੀਆਂ ਇਹ ਜਿਵੇਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀਗਾ ਇੱਕ ਵਾਰੀ ਕਿ ਅਸੀਂ ਪੀਸੀਆਰਸ ਨੂੰ ਥੋੜ੍ਹਾ ਰੀਵੈਂਪ ਕਰਾਂਗੇ। ਪੀਸੀਆਰਸ ਬਹੁਤ ਜ਼ਿਆਦਾ ਇਫੈਕਟਿਵ ਨਹੀਂ ਚੱਲ ਰਹੀਆਂ ਸੀਗੀਆਂ ਤਾਂ ਹੁਣ ਅਸੀਂ ਟੋਟਲ ਫਿਲਹਾਲ ਅਸੀਂ ਪੂਰੇ ਡਿਸਟ੍ਰਿਕਟ ਦੇ ਵਿੱਚ ਜਿੰਨੇ ਵੀ ਅਰਬਨ ਏਰੀਆਜ਼ ਹੈਗੇ ਆ ਉਹਨਾਂ ਨੂੰ ਫਾਈਨਲੀ ਅਸੀਂ 41 ਬੀਟਸ ਜਿਹੜੀਆਂ ਹੈਗੀਆਂ ਉਹਨਾਂ ਦੀ ਬਣਾਈਆਂ, 41 ਬੀਟਸ ਜਿਹੜੀਆਂ ਹੈਗੀਆਂ ਉਹ ਬਣਾਈਆਂ ਹੈਗੀਆਂ ਤੇ ਉਹ 41 ਬੀਟਸ ਦੇ ਵਿੱਚੋਂ ਅਸੀਂ ਫੇਜ਼ 1 ਦੇ ਵਿੱਚ ਫਿਲਹਾਲ ਅਸੀਂ 28 ਜਿਹੜੇ ਹੈਗੇ ਆ ਮੋਟਰਸਾਈਕਲ ਤੇ ਕਾਰਸ ਯਾਨੀ 4 ਵੀਲਰ ਤੇ 2 ਵੀਲਰਸ ਜਿਹੜੇ ਹੈਗੇ ਸਟਾਰਟ ਕਰ ਰਹੇ ਹਾਂ। ਬੀਟਸ ਅਸੀਂ ਸਾਰੀਆਂ ਹੀ ਕਵਰ ਕਰਾਂਗੇ, ਮਤਲਬ ਕੁਝ 2 ਬੀਟਸ ਅਸੀਂ ਕਲੱਬ ਕਰਕੇ ਇੱਕ ਮੋਟਰਸਾਈਕਲ ਨੂੰ ਜਾਂ ਇੱਕ ਕਾਰ ਨੂੰ ਦੇਤੀਆਂ ਤਾਂ ਟੋਟਲ 28 ਅੱਜ ਅਸੀਂ ਯੂਨਿਟਸ ਲਾਂਚ ਕਰਨ ਜਾ ਰਹੇ ਹਾਂ ਫॉर 41 ਬੀਟਸ। ਇਹਦੇ ਵਿੱਚ ਜਿਹੜਾ ਤੁਹਾਨੂੰ ਜਿਹੜਾ ਏਰੀਆ ਵਾਈਜ਼ ਸਪਲਿਟ ਹੈ ਅਸੀਂ ਉਹ ਵੀ ਦੇ ਦਿੰਦੇ ਹਾਂ। ਜਿਵੇਂ ਡੇਰਾ ਬੱਸੀ ਦੇ ਵਿੱਚ ਅਸੀਂ 2 ਬੀਟਸ ਬਣਾਈਆਂ, ਜ਼ੀਰਕਪੁਰ ਦੇ ਵਿੱਚ ਅਸੀਂ ਜਿਹੜੀ 4 ਬੀਟਸ ਬਣਾਈਆਂ, ਖਰੜ ਦੇ ਵਿੱਚ 4 ਬੀਟਸ ਬਣਾਈਆਂ। ਸਿਮਿਲਰਲੀ ਇੱਕ ਬੀਟ ਅਸੀਂ ਮੁੱਲਾਂਪੁਰ, ਕੁਰਾਲੀ ਤੇ ਨਇਆ ਗਾਉਂ ਵੀ ਬਣਾਈ ਹੈ ਤੇ ਬਾਕੀ ਕਰੀਬ ਜਿਹੜੇ 17 ਬੀਟਸ ਫਿਲਹਾਲ ਜਿਹੜੀਆਂ ਹੈਗੀਆਂ ਅਸੀਂ ਸ਼ਹਿਰ ਜਿਹੜਾ ਏਰੀਆ ਹੈ, ਸ਼ਹਿਰੀ ਏਰੀਆ ਦੇ ਵਿੱਚ ਮੁਹਾਲੀ ਜਿਹੜਾ ਸ਼ਹਿਰ ਹੈ ਉਹਦੇ ਵਿੱਚ ਬਣਾਈ ਹੈ। ਤਾਂ ਇਹਦਾ ਮੇਨ ਪਰਪਸ ਇਹੀ ਹੈ ਤਾਂ ਕਿ ਜਿਹੜਾ ਪੁਲਿਸ ਦਾ ਰਿਸਪੌਂਸ ਟਾਈਮ ਹੈ ਉਹ ਘੱਟ ਤੋਂ ਘੱਟ ਹੋਵੇ। ਕੋਈ ਵੀ ਇੰਸੀਡੈਂਟ ਹੁੰਦਾ, ਛੋਟਾ ਇੰਸੀਡੈਂਟ ਚਾਹੇ ਵੱਡਾ ਇੰਸੀਡੈਂਟ, ਇਮੀਡੀਏਟਲੀ ਜਿਹੜੀ ਹੈ ਪੀਸੀਆਰ ਰਿਪੋਰਟ ਕਰੇਗੀ। ਇਹਦੀ ਸਾਡੀ ਰੈਗੂਲਰ ਜਿਹੜੀ ਡਰਿਲ ਹੈ ਉਹ ਐਸਪੀ ਸਾਹਿਬ ਡੀਐਸਪੀ ਸਾਹਿਬ ਨਾਲ ਹੀ ਨੇ ਜਿਹੜੇ ਪੀਸੀਆਰ ਇੰਚਾਰਜ ਨੇ ਤੇ ਉਹ ਰੈਗੂਲਰ ਜਿਹੜੀ ਡਰਿਲ ਹੈ ਇਹਦੀ ਉਹ ਵੀ ਚੱਲੇਗੀ। ਉਹ ਅਸੀਂ ਰੈਗੂਲਰ ਡਰਿਲ ਕਰਾਂਗੇ ਕਿ ਰਿਸਪੌਂਸ ਟਾਈਮ ਜਿਹੜਾ ਕਿਵੇਂ ਅਸੀਂ ਵੱਧ ਤੋਂ ਵੱਧ ਘਟਾ ਸਕਦੇ ਹਾਂ ਇਹਦੇ ਵਿੱਚ। ਇਹਦੇ ਨਾਲ ਪੀਸੀਆਰਸ ਜਿਹੜੇ ਹੈਗੇ ਆ ਮੇਨ ਜਿਹੜੇ ਇੰਪੋਰਟੈਂਟ ਪੁਆਇੰਟਸ ਹੈ ਉਹਨਾਂ ਦੇ ਹਾਲਟਿੰਗ ਪੁਆਇੰਟਸ ਇੰਪੋਰਟੈਂਟ ਬਣਾਏ ਹੋਏ ਆ, ਉੱਥੇ ਲੋਕੇਟਡ ਰਹਿਣਗੇ। ਉੱਥੇ ਲੋਕੇਟਡ ਰਹਿਣ ਦੇ ਨਾਲ ਇੱਕ ਸੈਂਸ ਆਫ ਸਿਕਿਉਰਿਟੀ ਵੀ ਅਸੀਂ ਪ੍ਰੋਵਾਈਡ ਕਰਨਾ ਚਾਹਾਂਗੇ ਪੀਸੀਆਰ ਦੇ ਨਾਲ। ਤੇ ਜੇ ਕੋਈ ਇਨਸੀਡੈਂਟਸ ਹੁੰਦੇ ਹੈ ਤਾਂ ਜਿਹੜਾ ਮਾੜਾ ਬੰਦਾ ਹੈ ਉਹਨੂੰ ਇਹ ਡਿਸਕਰੇਜ ਵੀ ਅਸੀਂ ਕਰ ਸਕੀਏ ਪੀਸੀਆਰ ਦੇ ਨਾਲ, ਉਹ ਵੀ ਸਾਡਾ ਇੱਕ ਇਹਦੇ ਵਿੱਚ ਮੰਤਵ ਹੈ। ਡਾਕਟਰ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਪੀਸੀਆਰਸ ਦੀ ਤੈਨਾਤੀ ਨੂੰ ਲੈ ਕੇ ਅਕਸਰ ਜਿਹੜੇ ਲੋਕ ਹੈਗੇ ਆ ਉਹ ਇੱਕ ਨਾਰਾਜ਼ਗੀ ਜ਼ਾਹਿਰ ਕਰਦੇ ਨੇ ਕਿ ਪੀਸੀਆਰ ਦੀ ਮੂਵਮੈਂਟ ਜ਼ਿਆਦਾ ਨਹੀਂ ਹੈ ਤੇ ਜਿਸ ਤਰੀਕੇ ਨਾਲ ਗਲਤ ਅਨਸਰ ਜਿਹੜੇ ਹੈਗੇ ਸੁਸਾਇਟੀਜ਼ ਦੇ ਵਿੱਚ ਖਾਸ ਤੌਰ ਤੇ ਗੱਲ ਕਰੀਏ ਉੱਥੇ ਰਹਿੰਦੇ ਤੇ ਕੋਈ ਬੜੇ ਆਰਾਮ ਨਾਲ ਉੱਥੇ ਜਿਹੜੇ ਕ੍ਰਾਈਮ ਨੂੰ ਉੱਥੇ ਕਰ ਜਾਂਦੇ। ਪੀਸੀਆਰਸ ਦੀ ਨਾ ਮੌਜੂਦਗੀ ਦੇ ਵਜ੍ਹਾ ਦੇ ਨਾਲ ਹੀ ਸਾਰਾ ਕੁਝ ਹੁੰਦਾ। ਤੁਸੀਂ ਬਿਲਕੁਲ ਸਹੀ ਕਿਹਾ, ਉਹੀ ਚੀਜ਼ ਅਸੀਂ ਕਰਨ ਜਾ ਰਹੇ ਹਾਂ। ਜਿਹੜੀ ਪੀਸੀਆਰ ਦੀ ਨਾ ਮੌਜੂਦਗੀ ਹੈਗੀ ਹੈ ਉਸੇ ਚੀਜ਼ ਨੂੰ ਠੀਕ ਕਰਨ ਵਾਸਤੇ ਅਸੀਂ ਇਹ ਚੀਜ਼ ਕੀਤੀ ਹੈ ਤੇ ਕਰੀਬ ਪਿਛਲੇ 3 ਹਫ਼ਤੇ ਤੋਂ ਸਾਡੀ ਜਿਹੜੀ ਟੀਮ ਹੈਗੀ ਹੈ ਐਸਪੀ ਸਾਹਿਬ ਦੇ ਅੰਡਰ ਆਲਰੇਡੀ ਇਸ ਚੀਜ਼ ਨੂੰ ਵਰਕਆਊਟ ਕਰਨ ਵਾਸਤੇ ਲੱਗੀ ਹੋਈ ਸੀ ਤੇ ਫਾਈਨਲੀ ਅਸੀਂ ਅੱਜ ਇਸ ਨੂੰ ਫੇਜ਼ 1 ਦੇ ਤੌਰ ਤੇ ਇਹ ਲਾਂਚ ਕਰਨ ਜਾ ਰਹੇ ਹਾਂ। ਤੇ ਜਿਹੜੀ ਛੇਤੀ ਹੀ ਜਿਵੇਂ ਅਸੀਂ ਮੈਨ ਪਾਵਰ ਵਾਸਤੇ ਹੋਰ ਵੀ ਥੋੜੀ ਜਿਹੀ ਰਿਕੁਐਸਟ ਕੀਤੀ ਹੋਈ ਹੈ, ਹੋਰ ਵੀ ਸਾਡੇ ਕੋਲ ਜਿਵੇਂ ਮੈਨ ਪਾਵਰ ਐਕਸਟਰਾ ਆਉਂਦੀ ਹੈ ਤਾਂ ਹੋਰ ਵੀ ਪੀਸੀਆਰ ਵਹੀਕਲਸ ਅਸੀਂ ਲਾਂਚ ਕਰਕੇ 41 ਬੀਟਸ ਦੇ ਉੱਤੇ ਇਹਨੂੰ ਕੰਪਲੀਟ ਕਰਾਂਗੇ। ਸਰ ਟਾਰਗੇਟ ਰੱਖਿਆ ਹੋਇਆ ਕੋਈ ਕਿ ਇੰਨੀ ਪੀਸੀਆਰ ਜਿਹੜੀਆਂ ਉਹ ਸ਼ਹਿਰ 'ਚ ਹੋਣੀ ਚਾਹੀਦੀਆਂ ਰੂਰਲ? ਹਾਂਜੀ, ਅਸੀਂ ਨਾ ਐਕਚੁਅਲੀ ਪੀਸੀਆਰਸ ਦੀ ਟਾਰਗੇਟ ਨਹੀਂ, ਅਸੀਂ ਸਟੱਡੀ ਕਰਕੇ ਆਪਣੇ ਪਿਛਲੇ ਮੈਂ ਜਿਹੜੇ ਦੱਸ ਰਿਹਾ ਪਿਛਲੇ 3-4 ਹਫ਼ਤੇ ਤੋਂ ਸਾਡੀ ਸਟੱਡੀ ਚੱਲ ਰਹੀ ਸੀ। ਅਸੀਂ ਪੂਰੇ ਸ਼ਹਿਰੀ ਏਰੀਆ ਨੂੰ, ਦਿਸ ਇਜ਼ ਓਨਲੀ ਫॉर ਅਰਬਨ ਏਰੀਆਜ਼, ਤਾਂ ਅਰਬਨ ਏਰੀਆਜ਼ ਨੂੰ 41 ਬੀਟਸ ਦੇ ਵਿੱਚ ਡਿਵਾਈਡ ਕਰਤਾ ਹੈ। ਪਹਿਲਾਂ ਅਸੀਂ 45 ਬੀਟਸ ਕਰ ਰਹੇ ਸੀਗੇ ਤਾਂ ਹੁਣ ਅਸੀਂ 41 ਬੀਟਸ ਜਿਹੜੀਆਂ ਹੈਗੀਆਂ ਉਹਦੇ ਵਿੱਚ ਇਹਨੂੰ ਡਿਵਾਈਡ ਕਰਤਾ ਹੈ
ਤੇ ਇਹ ਸਾਰੀਆਂ ਅਸੀਂ ਕੱਲੀ ਬੀਟ ਦੇ ਉੱਤੇ ਇੱਕ ਵਹੀਕਲ ਰੱਖਾਂਗੇ। ਸਰ ਅਸੀਂ ਦੇਖ ਰਹੇ ਪੀਸੀਆਰ ਦੇ ਉੱਤੇ ਕੈਮਰਾ ਲੱਗੇ ਹੈ, ਕੀ ਇਹਦਾ ਕੀ ਮਕਸਦ ਹੈ ਬੇਸਿਕਲੀ? ਇਹ ਹਜੇ ਐਕਸਪੈਰੀਮੈਂਟ ਫੇਜ਼ ਦੇ ਵਿੱਚ ਹੈਗੇ। ਅਸੀਂ 2-3 ਵੈਂਡਰਸ ਬੁਲਾਏ ਹੋਏ ਆ, ਇਹਦੇ ਵਿੱਚ ਅਸੀਂ ਸਾਰੇ ਇਹ 'ਚ ਕੈਮਰਾ ਲਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕੈਮਰਾ ਲਵਾਉਣ ਦੇ ਡੈਮੋਜ਼ ਜਿਹੜੇ ਅਸੀਂ ਲੈ ਰਹੇ ਹਾਂ ਇਹਦੇ ਵਿੱਚ, ਤੇ ਇਹ 'ਚ ਛੇਤੀ ਹੀ ਜਿੰਨੇ ਵੀ 4 ਵੀਲਰ ਪੀਸੀਆਰ ਹੈ ਉਹ ਛੇਤੀ ਹੀ ਸਾਰਿਆਂ ਦੇ ਉੱਤੇ ਕੈਮਰਾਜ਼ ਜਿਹੜੇ ਹੈਗੇ ਆ 4 ਡਾਇਮੈਂਸ਼ਨਲ ਜਿਹੜੇ ਚਾਰੇ ਦਿਸ਼ਾਵਾਂ ਦੇ ਵਿੱਚ ਜਿਹੜੇ ਕੈਮਰੇ ਆ ਉਹ ਲੱਗੇ ਹੋਣਗੇ ਉਹਦੇ ਵਿੱਚ। ਤੇ ਇਹਦਾ ਮੇਨ ਪਰਪਸ ਇਹੀ ਹੈ ਕਿ ਕਿਉਂਕਿ ਪੀਸੀਆਰ ਸਾਡੀ ਕਿਤੇ ਨਾ ਕਿਤੇ ਹਾਲਟਿੰਗ ਹੈ, ਤਾਂ ਸਾਡਾ ਇੱਕ ਇਹ ਸਟੇਸ਼ਨਰੀ ਕਮ ਮੂਵਿੰਗ ਕੈਮਰਾ ਜਿਹੜਾ ਬਣ ਜਾਂਦਾ ਹੈ। ਸਾਨੂੰ ਲਾਅ ਐਂਡ ਆਰਡਰ ਸਿਚੁਏਸ਼ਨਸ ਦੇ ਵਿੱਚ ਵੀ ਕੰਮ ਆਏਗਾ ਇਹ, ਕੋਈ ਵੀਆਈਪੀ ਮੂਵਮੈਂਟ ਹੁੰਦੀ ਹੈ ਉਹਦੇ ਵਿੱਚ ਵੀ ਸਾਨੂੰ ਕੰਮ ਆਏਗਾ ਇਹ। ਸਿਮਿਲਰਲੀ ਕੋਈ ਇਨਸੀਡੈਂਟ ਕੋਈ ਹੁੰਦਾ ਹੈ, ਕੋਈ ਇਹ ਜਿਹੀ ਕ੍ਰਾਈਮ ਕਰਕੇ ਗੱਡੀ ਭੱਜਦੀ ਹੈ, ਤਾਂ ਇਮੀਡੀਏਟਲੀ ਉਹਦੀ ਮੂਵਮੈਂਟ ਵੀ ਇਮੀਡੀਏਟਲੀ ਕੈਪਚਰ ਹੋ ਜਾਏ, ਉਹਦੇ ਵਾਸਤੇ ਵੀ ਕੰਮ ਆਏਗਾ। ਸਰ ਇਹ ਜਿਹੜੇ ਕੈਮਰਾਜ਼ ਲੱਗੇ ਨੇ ਇਹ ਮੋਨੀਟਰ ਕਰਨਗੇ ਕਿਸ ਤਰੀਕੇ ਨਾਲ ਹੋਏਗਾ? ਰੋਡ ਦੇ ਉੱਤੇ ਪੀਸੀਆਰ ਖੜਦੀਆਂ ਨੇ, ਬੈਰੀਕੇਡਿੰਗ ਹੁੰਦੀ ਹੈ, ਕਈ ਲੋਕ ਇਹ ਵੀ ਕਹਿੰਦੇ ਨੇ ਕਿ ਪੁਲਿਸ ਮੁਲਾਜ਼ਮ ਕਹਿ ਦਿੰਦੇ ਨੇ ਕਿ ਕਈ ਵਾਰ ਗੱਡੀਆਂ ਠੁੱਕ ਜਾਂਦੀਆਂ ਨੇ ਵਿੱਚ, ਉਸ ਨੂੰ ਕਿਵੇਂ ਦੇਖਿਆ ਜਾਏਗਾ? ਔਨ ਰੋਡ ਦੇ ਉੱਤੇ ਗੱਡੀਆਂ ਖੜੀਆਂ ਹੁੰਦੀਆਂ ਨੇ, ਧੁੰਦ ਬਹੁਤ ਹੁੰਦੀ ਹੈ। ਜਿਹੜੇ ਪੀਸੀਆਰ ਵਹੀਕਲ ਦੀ ਗੱਲ ਕਰ ਰਹੇ ਹੋ, ਜਿਹੜੇ ਪੀਸੀਆਰ ਵਹੀਕਲ ਉਹਦਾ ਇਸੇ ਕਰਕੇ ਜਿਵੇਂ ਤੁਸੀਂ ਦੇਖ ਵੀ ਰਹੇ ਹੋ, ਅਸੀਂ ਜਿਹੜੀ ਗੱਡੀਆਂ ਦੇ ਉੱਤੇ ਇੱਕ ਤਾਂ ਸਾਰਿਆਂ ਦੇ ਉੱਤੇ ਜਿਹੜੇ ਲਾਈਟਸ ਹੈਗੀਆਂ ਉਹ ਫਲਿਕਰਿੰਗ ਲੱਗੀਆਂ ਹੋਈਆਂ, ਤੇ ਅਸੀਂ LED ਲਾਈਟਸ ਦੇ ਵਿੱਚ ਕੁਝ ਕਨਵਰਟ ਕਰਾ ਰਹੇ ਹਾਂ ਇਹਨਾਂ ਨੂੰ ਤਾਂ ਕਿ ਕੰਟੀਨਿਊਸਲੀ ਲਾਈਟਸ ਚੱਲਦੀਆਂ ਰਹਿਣ। ਉਹਦੇ ਬਾਵਜੂਦ ਜਿਹੜੇ ਅਸੀਂ ਸਟickers ਹੈ ਉਹ ਸਾਰੇ ਜਿਹੜੇ ਹੈ ਚੇਂਜ ਕਰਾ ਰਹੇ ਹਾਂ। 3-4 ਗੱਡੀਆਂ ਦੇ ਸਾਡੇ ਆਲਰੇਡੀ ਚੇਂਜ ਹੋ ਚੁੱਕੇ ਹੈ। ਪ੍ਰੋਸੈਸ ਇਟ ਟੇਕਸ ਟਾਈਮ, ਹੌਲੀ ਚੇਂਜ ਹੁੰਦਾ ਹੈ। ਤਾਂ ਜਿਹੜੇ ਸਟicker ਸਾਰੇ ਰਿਫਲੈਕਟਿਵ ਟੇਪਸ ਵਗੈਰਾ ਲਗਾ ਰਹੇ ਹਾਂ ਤਾਂ ਕਿ ਦੂਰੋਂ ਹੀ ਐਗਜ਼ੈਕਟਲੀ ਦਿਖਣ ਤੇ ਇਹ ਜੇ ਕੋਈ ਐਕਸੀਡੈਂਟ ਜਿਹੜੇ। ਸਰ ਮੇਰਾ ਇੱਕ ਸਵਾਲ ਇਹ ਸੀ ਕਿ ਜਿਹੜੇ ਕੈਮਰਾਜ਼ ਲੱਗੇ ਨੇ ਹਰ ਪੀਸੀਆਰ 'ਚ ਲੱਗਣਗੇ, ਇਹ ਕੋਈ ਮੋਨੀਟਰਿੰਗ ਹੋਏਗੀ ਹੈੱਡਕੁਆਟਰ ਜਾਂ ਕਿਸ ਤਰੀਕੇ ਨਾਲ ਹੋਣਗੇ ਕਿਉਂਕਿ ਕਨੈਕਟਡ ਰਹਿਣਗੇ? ਇਹ 'ਚ ਬੇਸਿਕਲੀ ਸਾਡੇ ਕੋਲ ਗੱਡੀ ਦੇ ਅੰਦਰ ਹੀ ਇੱਕ ਸਕਰੀਨ ਹੈ ਇਹਦੇ ਰਿਗਾਰਡਿੰਗ। ਇਹ 'ਚ ਜਿਹੜਾ ਕੈਮਰਾਜ਼ ਦੇ ਅੰਦਰ ਹੀ ਜਿਹੜੀ ਗੱਡੀ ਦੇ ਅੰਦਰ ਇੱਕ ਸਕਰੀਨ ਹੈ, ਉਹ ਸਕਰੀਨ ਦੇ ਵਿੱਚ ਹੀ ਜਿਹੜੇ ਪੀਸੀਆਰ ਦੇ ਸਾਡੇ ਮੁਲਾਜ਼ਮ ਹੈਗੇ ਉਹ ਵੀ ਰੈਗੂਲਰ ਮੋਨੀਟਰ ਕਰਨਗੇ ਇਹਨੂੰ। ਤੇ ਚਲੋ ਆਪਾਂ ਕੰਟੀਨਿਊਸਲੀ 24 ਆਵਰ ਮੋਨੀਟਰਿੰਗ ਪੋਸੀਬਲ ਹੈ ਵੀ ਨਹੀਂ, ਤੇ ਉਹਦੇ ਰਿਗਾਰਡਿੰਗ ਸਾਡੇ ਇਹਦੇ ਵਿੱਚ ਇੱਕ ਸਿਮ ਪੈ ਜਾਂਦਾ। ਸਿਮ ਦੇ ਥਰੂ ਸਾਡਾ ਜਿਹੜਾ ਅਸੀਂ ਪਰਮਾਨੈਂਟ ਕੰਟਰੋਲ ਰੂਮ ਬਣਾ ਰਹੇ ਹਾਂ ਇੱਥੇ, ਉੱਥੇ ਸਾਰੀ ਜਿਹੜਾ ਡਾਟਾ ਹੈ ਉੱਥੇ ਵੀ ਆਇਆ ਕਰੇਗਾ ਤੇ ਅਸੀਂ ਲਾਈਵ ਇੱਥੋਂ ਮੋਨੀਟਰ ਕਰ ਸਕਦੇ ਹਾਂ। ਸਰ ਨਿਊ ਈਅਰ ਆ ਰਿਹਾ ਜੀ, ਉਹਦੇ ਲਈ ਆਪਣੀ ਕੀ ਤਿਆਰੀਆਂ ਨੇ? ਨਿਊ ਈਅਰਸ ਦੇ ਰਿਗਾਰਡਿੰਗ ਸਾਡੀ ਜਿਵੇਂ ਅਸੀਂ ਮੈਂ ਪਹਿਲਾਂ ਵੀ ਦੱਸਿਆ ਸੀ, ਨਾਈਟ ਪੁਲਿਸਿੰਗ ਵੀ ਅਸੀਂ ਐਕਟੀਵੇਟ ਕਰਤੀ ਹੈ। ਹੌਲੀ ਹੋਰ ਵੀ ਅਸੀਂ ਫੋਰਸ ਉਹਦੇ ਵਿੱਚ ਐਕਸਟਰਾ ਐਡ ਕਰਨ ਜਾ ਰਹੇ ਹਾਂ। ਤੇ ਸਾਡੀ ਰੈਗੂਲਰਲੀ ਜਿਹੜੀ 31 ਦਸੰਬਰ ਦੀ ਰਾਤ ਹੈ ਤਾਂ ਉਸ ਨੂੰ ਤਾਂ ਅਸੀਂ ਪ੍ਰੋਪਰ ਸਾਡੀ ਸਾਰੀ ਫੋਰਸ ਜਿਹੜੀ ਆ ਬਾਹਰ ਹੋਊਗੀ, ਰੈਗੂਲਰ ਪ੍ਰੋਪਰ ਨਾਕਾਬੰਦੀ ਵੀ ਕੀਤੀ ਹੋਏਗੀ, ਪ੍ਰੋਪਰ ਉੱਥੇ ਡਰੰਕਨ ਡਰਾਈਵਿੰਗ ਵਗੈਰਾ ਦੇ ਜੇ ਕੋਈ ਡਰੰਕਨ ਡਰਾਈਵਿੰਗ ਕਰਦਾ ਹੈ ਤਾਂ ਉਹਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਅਮਲ ਦੇ ਵਿੱਚ ਲਿਆਂਦੀ ਜਾਏਗੀ। ਤਾਂ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਇਹ ਮੈਸੇਜ ਵੀ ਦੇਣਾ ਚਾਹੁੰਦਾ ਹਾਂ ਕਿ ਆਪਾਂ ਜਿਹੜੇ ਕਾਨੂੰਨ ਦੀ ਪਾਲਣਾ ਕਰੀਏ, ਕਾਨੂੰਨ ਦੀ ਉਲੰਘਣਾ ਨਾ ਕਰੀਏ। ਨਵੇਂ ਸਾਲ ਦੀ ਆਪਾਂ ਸਾਰੇ ਹੀ ਵੈਲਕਮ ਕਰਦੇ ਹਾਂ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਜਿਹੜਾ ਨਵਾਂ ਸਾਲ ਹੈ ਸਾਰਿਆਂ ਲਈ ਖੁਸ਼ੀਆਂ ਲਿਆਵੇ, ਤੰਦਰੁਸਤੀ ਲਿਆਵੇ। ਤੇ ਪਰ ਇਹਦੇ ਨਾਲ ਆਪਾਂ ਕਾਨੂੰਨ ਦੀ ਪਾਲਣਾ ਜਿਹੜੀ ਹੈ ਉਹ ਬਿਲਕੁਲ ਕਰੀਏ, ਕਾਨੂੰਨ ਦੀ ਉਲੰਘਣਾ ਨਾ ਕਰੀਏ ਤਾਂ ਜੋ ਅਸੀਂ ਸਖਤ ਤੋਂ ਸਖਤ ਕਾਰਵਾਈ ਜਿਹੜੀ ਉਹ ਡਰਾਈਵ ਦੇ ਟੋਟਲ ਕਿੰਨੀਆਂ ਜਿਹੜੀਆਂ ਮਸ਼ੀਨਸ ਨੇ ਜਿਹੜੇ ਚੈੱਕ ਕਰਦੇ ਹੋ? ਬਿਲਕੁਲ ਐਗਜ਼ੈਕਟ ਕਿੰਨੀਆਂ ਨੇ ਆਈਡੀਆ? 14 ਮਸ਼ੀਨਸ ਹੈਗੀਆਂ ਸਾਡੇ ਕੋਲ ਇਸ ਟਾਈਮ ਤੇ। ਸਰ ਆਪਣਾ ਲਗਾਤਾਰ ਦੇਖਣ ਵਾਲਾ ਕਿ ਫੋਰਸ ਦੀ ਭਾਰੀ ਕਮੀ ਆ ਰਹੀ ਹੈ, ਤੇ ਉਸ ਨੂੰ ਲੈ ਕੇ ਆਪਾਂ ਫੋਰਸ ਬਾਹਰੋਂ ਮੰਗਾਈਆਂ ਜਾਂ ਕਿੰਨੇ ਕੁ ਮੁਲਾਜ਼ਮ ਤੈਨਾਤ ਕੀਤੇ ਜਾਣਗੇ? 31 ਦਸੰਬਰ ਅਸੀਂ ਪ੍ਰਪੋਜ਼ਲ ਵੈਸੇ 31 ਦਸੰਬਰ ਵਾਸਤੇ ਵੀ ਬਾਹਰੋਂ ਜਿਹੜੀ ਫੋਰਸ ਮੰਗਾਉਣ ਦੀ ਕੀਤੀ ਹੋਈ ਹੈ। ਇਸ ਤੋਂ ਇਲਾਵਾ ਵੀ ਅਸੀਂ ਪਰਮਾਨੈਂਟ ਵਾਸਤੇ ਵੀ ਇੱਕ ਪ੍ਰਪੋਜ਼ਲ ਜਿਹੜੀ ਆਲਰੇਡੀ ਬਣਾ ਕੇ ਭੇਜੀ ਹੋਈ ਹੈ, ਜਿਹਦੇ ਰਿਗਾਰਡਿੰਗ ਸਾਡੀ ਇੱਕ ਮੀਟਿੰਗ ਵੀ ਸ਼ੈਡਿਊਲਡ ਹੈਗਾ। ਪਹਿਲਾਂ ਵੀ ਸ਼ੈਡਿਊਲ ਸੀ ਮੀਟਿੰਗ, ਉਹ ਥੋੜੀ ਜੀ ਡਿਲੇ ਹੋ ਗਈ ਬਿਕੋਜ਼ ਆ 1-2 ਛੁੱਟੀਆਂ ਆਉਣ ਕਰਕੇ। ਤੇ ਉਹ ਜਿਹੜੀ ਪਰਮਾਨੈਂਟ ਡਿਪਲੋਇਮੈਂਟ ਸਾਨੂੰ ਇੱਥੇ ਫੋਰਸ ਦੀ ਜ਼ਰੂਰਤ ਹੈਗੀ ਹੈ, ਜਿਸ ਕਰਕੇ ਅਸੀਂ ਆਲਰੇਡੀ ਰਿਕੁਐਸਟ ਕੀਤੀ ਹੋਈ ਹੈ। ਤੇ ਸਾਨੂੰ ਉਮੀਦ ਹੈ ਛੇਤੀ ਹੀ ਸਾਨੂੰ ਕੁਝ ਇਹੋ ਜਿਹੀ ਫੋਰਸ ਦੀ ਡਿਪਲੋਇਮੈਂਟ ਇੱਥੇ ਮਿਲ ਜਾਏਗੀ ਜਿਹਦੇ ਨਾਲ ਅਸੀਂ ਇਹ ਜਿਹੜੀ ਫੋਰਸ ਦੀ ਕਮੀ ਹੈ ਇਹਨੂੰ ਪੂਰਾ ਕਰ ਸਕਾਂਗੇ।